ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹੋ ਬਿਨੰਤੀ ਸੁਣ ਪ੍ਰਭ ਮੇਰੇ, ਦੇਹੋ ਨਾਮ ਕਰ ਆਪਣੇ ਚੇਰੇ। ਆਪਣੀ ਸ਼ਰਨ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨੇ ਵਿਰਲੇ ਜਾਤੇ। ਸੁਨੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਅਸੇ ਮੇਰੇ ਚੀਤਾ। ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣਤਾਸ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹਲਾ ਚੌਥਾ। ਮੇਰੇ ਸ਼ਾਹ ਹਰਿ ਦਰਸ਼ਨ ਸੁਖ ਹੋਏ, ਹਮਰੀ ਵੇਦਨ ਤੂੰ ਜਾਨਤ ਸ਼ਾਹ। ਅਵਰ ਕਿਆ ਜਾਣੈ ਕੋਇ, ਰਹਾਉ ਮੇਰੇ ਸ਼ਾਹ ਮੈਂ ਹਰਿ ਦਰਸ਼ਨ ਸੁਖ ਹੋਇ। ਹਮਰੀ ਵੇਦਨ ਤੂੰ ਜਾਨਤ ਸ਼ਾਹ। ਅਵਰ ਕਿਆ ਜਾਣੈ ਕੋਇ, ਰਹਾਉ ਸਾਚਾ ਸਾਹਿਬ ਸਚ ਤੂੰ ਮੇਰੇ ਸ਼ਾਹ। ਤੇਰਾ ਕੀਆ ਸਚ ਸਭ ਹੋਏ, ਝੂਠਾ ਕਿਸ ਕੋ ਆਖੀਐ ਸ਼ਾਹ। ਦੂਜਾ ਨਾਹੀ ਕੋਈ, ਸਭਨਾ ਵਿੱਚ ਤੂੰ ਵਰਤਦਾ ਸ਼ਾਹ। ਸਭ ਤੁਝੇ ਧਿਆਵੇ ਦਿਨ ਰਾਤ, ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸ਼ਾਹ। ਤੂੰ ਸਭਨਾ ਕਰਹਿ ਇਕ ਦਾਤ, ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸ਼ਾਹ। ਤੁਝ ਤੇ ਬਾਹਰ ਕੋਈ ਨਾਹੀ, ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸ਼ਾਹ। ਸਭ ਤੁਝ ਹੀ ਮਾਹੇ ਸਮਾਹੀ, ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ। ਸਭ ਤੁਝੇ ਤੇ ਆਵੇ ਮੇਰੇ ਸ਼ਾਹ। ਜੋ ਪਾਵੈ ਤਿਉ ਰਖ ਤੂੰ ਮੇਰੇ ਪਿਆਰੇ। ਸਚ ਨਾਨਕ ਕੇ ਪਾਤਸ਼ਾਹ, ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ। ਸਭ ਤੁਝੇ ਤੇ ਆਵੇ ਮੇਰੇ ਸ਼ਾਹ। ਜੋ ਪਾਵੈ ਤੂੰ ਰਖ ਤੂੰ ਮੇਰੇ ਪਿਆਰੇ। ਸਚ ਨਾਨਕ ਕੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵਾਲਿਓ, ਇਹੋ ਜੋ ਮੁਬਾਰਕ ਵਚਨ ਆਪ ਜੀਆਂ ਨੇ ਸਰਵਣ ਕੀਤੇ ਹਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਤੋਂ, ਜਿਸ ਦਰਬਾਰ ਦੇ ਨਾਲ ਸਾਰੀ ਲੋਕਾਈ ਹੀ ਜੁੜੀ ਹੋਈ ਹੈ। ਸਾਰਾ ਜਗਤ ਜਲੰਦਾ ਹੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਦੇਸ਼ਾਂ ਵਿਦੇਸ਼ਾਂ ਤੋਂ, ਹਰ ਥਾਂ ਤੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਨਾਲ ਜੁੜਦੇ ਹਨ ਤੇ ਸੁੱਖਾਂ ਦੀਆਂ ਝੋਲੀਆਂ ਭਰਦੇ ਹਨ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਇਸ ਪਾਵਨ ਪਵਿੱਤਰ ਬਚਨਾਂ ਦੇ ਵਿੱਚ ਹੁਕਮਨਾਮਾ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਹੈ। ਇਹ ਜੋ ਸ਼ਬਦ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ 670 ਅੰਗ ਤੇ ਸ਼ੋਭਾਈਮਾਨ ਹੈ। ਧਨਾਸਰੀ ਰਾਗ ਦੇ ਵਿੱਚ ਸਤਿਗੁਰਾਂ ਨੇ ਉਚਾਰਨ ਕੀਤਾ ਹੈ। ਧਨਾਸਰੀ ਮਹੱਲਾ ਚੌਥਾ।
ਸਤਿਗੁਰੂ ਗੁਰਦੇਵ ਪਿਤਾ ਜੀਆਂ ਨੇ ਧਨਾਸਰੀ ਰਾਗ ਦੇ ਵਿੱਚ ਇੱਕ ਸ਼ਬਦ ਨੂੰ ਗਾਉਣ ਦੀ ਤਾਕੀਦ ਕੀਤੀ ਹੈ ਕਿ ਜਦੋਂ ਇਸ ਸ਼ਬਦ ਨੂੰ ਗਾਇਨ ਕੀਤਾ ਜਾਵੇ, ਧਨਾਸਰੀ ਰਾਗ ਦੇ ਵਿੱਚ ਗਾਇਨ ਕੀਤਾ ਜਾਵੇ। ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ। ਵਾਹਿਗੁਰੂ ਜੀ, ਜਦੋਂ ਮੈਂ ਤੁਹਾਡੇ ਦਰਸ਼ਨ ਕਰਦਾ ਹਾਂ ਮੈਨੂੰ ਆਨੰਦ ਪ੍ਰਾਪਤ ਹੁੰਦਾ ਹੈ, ਮੈਨੂੰ ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਹੈ। ਜਦੋਂ ਵੀ ਮੈਂ ਤੁਹਾਡੇ ਦਰਸ਼ਨ ਦੀਦਾਰ ਕਰਦਾ, ਮੇਰੇ ਤੇ ਇਹ ਬਖਸ਼ਿਸ਼ ਕਰੋ ਕਿ ਤੁਹਾਡੇ ਦਰਸ਼ਨ ਦੀਦਾਰ ਮੈਨੂੰ ਹੁੰਦੇ ਰਹਿਣ। ਮੈਂ ਆਨੰਦਿਤ ਹੁੰਦਾ ਰਹਾਂ, ਮੈਂ ਆਤਮਿਕ ਆਨੰਦ ਮਾਣਦਾ ਰਹਾਂ। ਹਮਰੀ ਬੇਦਨ ਤੋ ਜਾਨਤਾ ਸ਼ਾਹ, ਅਵਰ ਕਿਆ ਜਾਣੇ ਕੋਈ। ਕਹਿੰਦੇ ਮੇਰੇ ਅੰਦਰ ਦੀ ਪੀੜਾ ਨੂੰ, ਮੇਰੇ ਅੰਦਰ ਦੀ ਬੇਦਨ ਨੂੰ ਤੁਸੀਂ ਜਾਣਦੇ ਹੋ, ਦੂਸਰਾ ਕੋਈ ਨਹੀਂ ਜਾਣ ਸਕਦਾ। ਇਹ ਸੱਚ ਹੈ ਪਿਆਰਿਓ। ਜਿਸ ਦੇ ਅੰਦਰ ਦਰਦ ਹੋਵੇਗਾ ਉਹੀ ਜਾਣੇਗਾ, ਦੂਸਰੇ ਨੂੰ ਥੋੜਾ ਪਤਾ ਲੱਗੇਗਾ। ਵਾਹਿਗੁਰੂ ਨੂੰ ਪਤਾ ਪਿਆਰਿਓ, ਸਾਡੇ ਮਨ ਅੰਦਰ ਜੋ ਪੀੜਾ ਹੈ, ਸਾਡੇ ਦਿਲ ਦੀ ਜੋ ਪੀੜਾ ਹੈ, ਹਮਰੀ ਬੇਦਨ ਤੂੰ ਜਾਣਦਾ ਸ਼ਾਹ। ਵਾਹਿਗੁਰੂ ਜੀ ਤੁਸੀਂ ਜਾਣਦੇ ਹੋ ਮੇਰੇ ਅੰਦਰ ਦੀ ਬਿਰਹਾ ਨੂੰ, ਮੇਰੇ ਅੰਦਰ ਦੀ ਪੀੜਾ ਨੂੰ, ਮੇਰੇ ਅੰਦਰ ਕਿਤਨੀ ਕੁ ਤੜਫ ਹੈ ਤੁਹਾਨੂੰ ਮਿਲਣ ਵਾਸਤੇ। ਤੁਸੀਂ ਜਾਣ ਸਕਦੇ ਹੋ ਮੇਰੇ ਸੁੱਖ ਦੁੱਖ ਨੂੰ ਵੀ ਤੁਸੀਂ ਜਾਣਦੇ ਹੋ। ਸੋ ਕਤ ਜਾਣੇ ਪੀਰ ਕਰਾਈ, ਜਾਂ ਕੇ ਅੰਦਰ ਦਰਦ ਨਾ ਪਾਈ। ਜਿਹਦੇ ਅੰਦਰ ਦਰਦ ਹੀ ਨਹੀਂ ਉਹਨੂੰ ਕਿਵੇਂ ਪਤਾ ਲੱਗੇਗਾ। ਸੋ ਕਤ ਜਾਣੇ ਪੀਰ ਕਰਾਈ, ਜਾਂ ਕੇ ਅੰਤਰ ਦਰਦ ਨਾ ਪਾਈ। ਦੁਖੀ ਦੁਹਾਗਨ ਦੋਏ ਪਖ ਹੀਨੀ, ਜਿਨ ਨਹ ਨਿਰੰਤਰ ਭਗਤ ਨ ਕੀਨੀ। ਪੁਰਸ਼ ਲਾਤ ਕਾ ਪੰਥ ਦਹੀਲਾ, ਸੰਗ ਨ ਸਾਥੀ ਗਵਨ ਅਕੇਲਾ। ਦੁਖੀਆ ਦਰਦਮੰਦ ਦਰ ਆਇਆ, ਬਹੁ ਪਿਆਸ ਜਵਾਬ ਨ ਪਾਇਆ। ਕਹਿ ਰਵਿਦਾਸ ਸ਼ਰਨ ਪ੍ਰਭ ਤੇਰੀ, ਜਿਉ ਜਾਣੋ ਤਿਉ ਕਰਗਤ ਮੇਰੀ। ਵਾਹਿਗੁਰੂ ਜੀ ਤੁਸੀਂ ਜਾਣਦੇ ਹੋ ਮੇਰੇ ਅੰਦਰ ਦੀ ਪੀੜਾ, ਜਿਵੇਂ ਕਿਵੇਂ ਵੀ ਮੇਰੀ ਹਾਲਤ ਨੂੰ ਤੁਸੀਂ ਜਾਣਦੇ ਹੋ। ਮੈਨੂੰ ਮੁਕਤ ਤੁਸੀਂ ਕਰ ਸਕਦੇ ਹੋ। ਅਵਰ ਕਿਆ ਜਾਣੇ ਕੋਈ, ਦੂਸਰੀ ਕਿਸੇ ਨੂੰ ਮੇਰੀ ਹਾਲਤ ਦਾ ਕੋਈ ਪਤਾ ਨਹੀਂ। ਇਹ ਰਹਾਉ ਦੀ ਪੰਕਤੀ ਹੈ ਪਿਆਰਿਓ। ਸਤਿਗੁਰੂ ਹੀ ਜਾਣਦਾ ਹੈ ਸਾਡੇ ਅੰਦਰ ਦੀ ਬਿਰਹਾ ਨੂੰ, ਸਾਡੇ ਅੰਦਰ ਦੀ ਪੀੜਾ ਨੂੰ। ਸਾਚਾ ਸਾਹਿਬ ਸਚ ਤੂੰ ਮੇਰੇ ਸ਼ਾਹ, ਤੇਰਾ ਕੀਆ ਸਚ ਸਭ ਹੋਏ। ਵਾਹਿਗੁਰੂ ਜੀ ਤੂੰ ਆਪ ਸੱਚਾ ਹੈ। ਸੱਚ ਤੋਂ ਭਾਵ ਹੈ ਜਿਹੜਾ ਸਦੀਵ ਕਾਲ ਵਾਸਤੇ ਰਹਿਣ ਵਾਲਾ। ਬਾਕੀ ਤੇ ਸਾਰਾ ਕੁਝ ਬਿਨਸਨਹਾਰ ਹੈ। ਜੋ ਬਿਨਸਨਹਾਰ ਹੈ ਉਹ ਸੱਚ ਹੋ ਹੀ ਨਹੀਂ ਸਕਦਾ, ਉਹ ਝੂਠਾ ਹੈ ਸਾਰਾ। ਸੱਚਾ ਕੇਵਲ ਤੇ ਕੇਵਲ ਪਰਮੇਸ਼ਰ ਆਪ ਹੈ। ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਉਦੋਂ ਤੋਂ ਲੈ ਕੇ ਪਿਆਰੋ ਪਹਿਲਾਂ ਵੀ ਉਹ ਪਰਮੇਸ਼ਰ ਸੀ। ਅਰਬਦ ਨਰਬਦ ਤੰਦੂਕਾਰਾ, ਜਦੋਂ ਕੁਝ ਵੀ ਨਹੀਂ ਸੀ ਉਦੋਂ ਵੀ ਉਹ ਪਰਮੇਸ਼ਰ ਸੀ। ਸਾਚਾ ਸਾਹਿਬ ਸਚ ਤੂੰ ਮੇਰੇ ਸ਼ਾਹ, ਤੇਰਾ ਕੀਆ ਸੱਚ ਸਭ ਹੋਏ। ਜੋ ਕੁਝ ਤੂੰ ਬਣਾਉਂਦਾ ਹੈ ਉਹਦੇ ਵਿੱਚ ਊਣਤਾ ਹੀ ਕੋਈ ਨਹੀਂ। ਵਾਹਿਗੁਰੂ ਜੀ ਜੋ ਤੂੰ ਕਰਦਾ ਹੈ ਉਸ ਦੇ ਵਿੱਚ ਊਣਤਾ ਹੀ ਕੋਈ ਨਹੀਂ। ਮਨੁੱਖ ਦੇ ਕੀਤੇ ਹੋਏ ਕੰਮ ਅਧੂਰੇ ਹੀ ਹੋਣਗੇ, ਪਰ ਐ ਵਾਹਿਗੁਰੂ ਜੋ ਤੁਸੀਂ ਕਰਦੇ ਹੋ ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਹੀਂ। ਉਹਦੇ ਵਿੱਚ ਕੋਈ ਘੱਟ ਵੱਧ ਨਹੀਂ ਹੁੰਦੀ। ਉਹ ਕੰਮ ਪੂਰਾ ਹੋਵੇਗਾ ਜਿਹੜਾ ਪੂਰੇ ਨੇ ਕੀਤਾ। ਪੂਰਾ ਕਿਹੜਾ ਹੈ? ਪੂਰਾ ਪ੍ਰਭ ਆਰਾਧਿਆ, ਪੂਰਾ ਤਾਂ ਕਾ ਨਾਉ ਨਾਨਕ ਪੂਰਾ ਪਾਇਆ। ਪੂਰੇ ਕੇ ਗੁਣ ਗਾਓ। ਪੂਰਾ ਕੇਵਲ ਤੇ ਕੇਵਲ ਉਹ ਪਰਮੇਸ਼ਰ ਹੈ। ਸੱਚਾ ਉਹ ਪਰਮੇਸ਼ਰ ਹੈ ਪਿਆਰੋ, ਜੋ ਸਦੀਵ ਕਾਲ ਵਾਸਤੇ ਰਹਿਣ ਵਾਲਾ ਹੈ। ਤੇਰਾ ਕੀਆ ਸੱਚ ਸਭ ਹੋਏ। ਜੋ ਵੀ ਤੂੰ ਕਰਦਾ ਹੈ ਉਹ ਸੱਚ ਹੈ। ਝੂਠਾ ਕਿਸ ਕੋ ਆਖੀਐ ਸ਼ਾਹ, ਦੂਜਾ ਨਾਹੀ ਕੋਈ। ਝੂਠ ਮੂਠ ਕਿਸੇ ਨੂੰ ਕਹਿ ਦੇ, ਕਿਸੇ ਨੂੰ ਨਹੀਂ ਆਖਿਆ ਜਾ ਸਕਦਾ ਕਿ ਇਹ ਸਾਰੀਆਂ ਦਾਤਾਂ ਦੇਣ ਵਾਲਾ ਵਾਹਿਗੁਰੂ ਹੋ ਸਕਦਾ ਹੈ। ਪਿਆਰੋ ਝੂਠਾ ਨਹੀਂ ਕਿਸੇ ਨੂੰ ਆਖਿਆ ਜਾ ਸਕਦਾ। ਜੇ ਝੂਠਾ ਕਿਸੇ ਨੂੰ ਅਸੀਂ ਕਹਿ ਵੀ ਲਵਾਂਗੇ ਇਹ ਸਾਨੂੰ ਹੀ ਪਛਤਾਵਾ ਹੋਵੇਗਾ, ਕਿਉਂਕਿ ਉਹਦੇ ਬਰਾਬਰ ਦਾ ਉਹਦਾ ਸ਼ਰੀਕ ਦੂਸਰਾ ਹੈ ਹੀ ਕੋਈ ਨਹੀਂ। ਵਾਹਿਗੁਰੂ ਦਾ ਸ਼ਰੀਕ ਦੂਸਰਾ ਹੈ ਹੀ ਕੋਈ ਨਹੀਂ। ਇਹ ਕਿਸ ਨੂੰ ਫਿਰ ਝੂਠਾ ਕਹਿ ਦਈਏ? ਝੂਠ ਮੂਠ ਕਿਸ ਨੂੰ ਕਹਿ ਦਈਏ? ਦੂਜਾ ਜਦੋਂ ਹੈ ਹੀ ਕੋਈ ਨਹੀਂ
ਤੇ ਕਿਸ ਨੂੰ ਕਹਿ ਦਈਏ ਇਹ ਪਰਮੇਸ਼ਰ ਹੈ, ਇਹ ਸਾਰੀਆਂ ਬਖਸ਼ਿਸ਼ਾਂ ਕਰ ਸਕਦਾ ਹੈ। ਬਖਸ਼ਿਸ਼ਾਂ ਕੇਵਲ ਤੇ ਕੇਵਲ ਉਹ ਪਰਮੇਸ਼ਰ ਹੀ ਕਰਦਾ ਹੈ। ਸਭਨਾ ਵਿੱਚ ਤੂੰ ਵਰਤਦਾ ਸ਼ਾਹ, ਸਭ ਤੁਝੇ ਧਿਆਵੇ ਦਿਨ ਰਾਤ। ਤੂੰ ਸਾਰਿਆਂ ਦੇ ਵਿੱਚ ਰਮਿਆ ਹੋਇਆ, ਪਿਆਰੇ ਸਾਰਿਆਂ ਦੇ ਵਿੱਚ ਰਮਿਆ ਹੋਇਆ ਕਿਹਨਾਂ ਨੂੰ ਦਿਖਾਈ ਦਿੰਦਾ? ਜਿਹੜੇ ਪਰਮੇਸ਼ਰ ਦੇ ਪਿਆਰੇ ਬੰਦਗੀ ਵਾਲੇ ਨੇ, ਜਿਵੇਂ ਕਿ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ, ਜਿਨ੍ਹਾਂ ਦੀ ਸਤਿਗੁਰ ਦੀ ਇਤਨੀ ਬਖਸ਼ਿਸ਼, ਇਤਨੀ ਰਹਿਮਤ ਸੀ ਪਿਆਰਿਓ, ਵਾਹਿਗੁਰੂ ਦੇ ਚਰਨਾਂ ਦੇ ਨਾਲ ਹਰ ਵੇਲੇ ਜੁੜ ਕੇ ਰਹਿੰਦੇ ਸਨ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਗੋਰਿਆਂ ਦਾ ਰਾਜ ਸੀ, ਉਸ ਵੇਲੇ ਕਹਿੰਦੇ ਇੰਨੀ ਗੁੰਡਾਗਰਦੀ ਇੱਕ ਵਾਰੀ ਹੋ ਗਈ, ਸਾਰੇ ਲੋਕਾਂ ਦੇ ਵਿੱਚ ਹਲਚਲ ਮਚੀ ਹੋਈ ਸੀ। ਤੇ ਈਵਨ ਕਿ ਗੋਰਿਆਂ ਨੇ ਇਹ ਕਹਿ ਦਿੱਤਾ ਹੋਇਆ ਸੀ ਕਿ 24 ਘੰਟਿਆਂ ਦੇ ਵਿੱਚ ਆਰਮੀ ਨੂੰ ਵੀ ਇਹ ਗੱਲ ਕਹਿ ਦਿੱਤੀ, ਜੋ ਕੋਈ ਲੁੱਟਣਾ ਚਾਹੁੰਦਾ ਹੈ 24 ਘੰਟਿਆਂ ਦੇ ਵਿੱਚ ਲੁੱਟ ਸਕਦਾ ਹੈ। ਲੁੱਟ ਦਾ ਮਾਲ ਜੋ ਵੀ ਲੁੱਟਣਾ ਚਾਹੁੰਦਾ ਹੈ ਉਹ ਲੁੱਟ ਸਕਦਾ ਹੈ। ਤੇ ਲੋਕ ਪਿਆਰਿਓ, ਮਿਲਟਰੀ ਵਾਲੇ ਵੀ, ਵੱਡੇ ਵੱਡੇ ਆਫੀਸਰ, ਜਿੱਥੇ ਜਿੱਥੇ ਡਿਊਟੀਆਂ ਲੱਗੀਆਂ ਸਨ, ਸਾਰੇ ਹੀ ਲੁੱਟ ਘਸੁੱਟ ਕਰ ਰਹੇ ਸਨ। ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ, ਮੁਖੋ ਆਲਾਈ ਵਰਤਿਆ ਪਾਪ, ਸਬਸ ਜਗ ਮਾਈ। ਕਲ ਆਏ ਕੁੱਤੇ ਮੋਹੀ, ਆਜ ਹੋਆ ਮੁਰਦਾਰ ਬਸਾਈ। ਰਾਜੇ ਪਾਪ ਕਮਾਉਂਦੇ ਉਲਟੀ ਵਾੜ, ਖੇਤ ਕੋ ਖਾਈ। ਇਹ ਤਾਂ ਹੁਣ ਉਹ ਹੋ ਗਿਆ ਜਿਨ੍ਹਾਂ ਨੇ ਰਖਵਾਲੀ ਕਰਨੀ ਸੀ ਪਿਆਰਿਓ, ਕੋਈ ਉਹ ਲੁੱਟਾਂ ਘਸੁੱਟਾਂ ਕਰ ਰਹੇ, ਉਹੀ ਲੁੱਟ ਘਸੁੱਟ ਕਰ ਰਹੇ, ਕਿਉਂਕਿ ਉਹਨਾਂ ਨੇ ਕਹਿ ਦਿੱਤਾ ਇਹ 24 ਘੰਟੇ ਦਾ ਸਮਾਂ ਤੁਹਾਡੇ ਕੋਲ ਹੈ, ਜਿਤਨੀ ਮਰਜ਼ੀ ਲੁੱਟ ਘਸੁੱਟ ਤੁਸੀਂ ਕਰ ਲਓ, ਜੋ ਤੁਸੀਂ ਮਰਜ਼ੀ ਕਰ ਸਕਦੇ ਹੋ, ਤੁਹਾਨੂੰ ਕਿਸੇ ਪਾਸੇ ਤੋਂ ਰੋਕਿਆ ਨਹੀਂ ਜਾਵੇਗਾ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਪਿਆਰਿਓ ਉਸ ਵੇਲੇ ਆਰਮੀ ਦੇ ਵਿੱਚ ਸਨ। ਇਹਨਾਂ ਦੀ ਵੀ ਡਿਊਟੀ ਲੱਗੀ ਹੋਈ ਸੀ। ਇਹਨਾਂ ਦੀ ਡਿਊਟੀ ਲੱਗੀ ਹੋਈ ਪਿਆਰਿਓ, ਇੱਕ ਪਰਿਵਾਰ ਜਿਸ ਦੀ ਘਰੋਂ ਕਹਿੰਦੇ ਰੋਣ ਦੀ ਆਵਾਜ਼ ਆਈ, ਸ਼ਾਇਦ ਦਿੱਲੀ ਵਾਸਤੇ ਗੱਲ ਇਹ ਕਰਦੇ, ਕਹਿੰਦੇ ਪਰਿਵਾਰ ਦੇ ਅੰਦਰੋਂ ਰੋਣ ਦੀ ਆਵਾਜ਼ ਆਈ ਕਿ ਹੁਣ ਪ੍ਰਭੂ ਦੇ ਪਿਆਰੇ ਬੰਦਗੀ ਵਾਲੇ ਕਿਸੇ ਦੀ ਪੁਕਾਰ ਸੁਣ ਕੇ, ਕਿਸੇ ਦਾ ਰੋਣਾ ਸੁਣ ਕੇ ਕਿਵੇਂ ਟਿਕ ਸਕਦੇ ਨੇ? ਤੇ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਜਿਸ ਵੇਲੇ ਅੰਦਰ ਗਏ ਨੇ ਤੇ ਅੰਦਰ ਕੀ ਤੱਕਦੇ ਨੇ? ਇੱਕ ਸਿਪਾਹੀ ਮੁਸਲਮਾਨ ਪਰਿਵਾਰ ਤੇ ਸਿਪਾਹੀ ਨੇ ਕੀ ਕੀਤਾ? ਉਹ ਬੱਚੀ ਦੇ ਉੱਤੇ ਝਪਟ ਕੇ ਪੈ ਗਿਆ। ਬੱਚੀ ਦੇ ਉੱਤੇ ਜਿਸ ਵੇਲੇ ਝਪਟ ਕੇ ਪੈ ਗਿਆ, ਕਿਉਂਕਿ ਇਹ ਆਖਿਆ ਹੋਇਆ ਸੀ ਕਿ ਤੁਸੀਂ ਕਿਸੇ ਦੀ ਇੱਜ਼ਤ ਵੀ ਲੁੱਟ ਸਕਦੇ ਹੋ, ਜੋ ਮਰਜ਼ੀ ਕਰ ਸਕਦੇ ਹੋ। ਜਿਸ ਵੇਲੇ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਅੰਦਰ ਆਏ, ਬੰਦੂਕ ਉਹਨਾਂ ਦੇ ਕੋਲ ਸੀ, ਅੱਗੇ ਆ ਕਰਕੇ ਉਹ ਜਿਹੜਾ ਸਿਪਾਹੀ ਝਪਟ ਕੇ ਪਿਆ ਸੀ ਬੱਚੀ ਦੇ ਉੱਤੇ, ਉਹਦੇ ਕੰਨਾਂ ਦੇ ਉੱਤੇ ਬੰਦੂਕ ਰੱਖ ਦਿੱਤੀ। ਕਹਿੰਦੀ ਪਾਸੇ ਹੋ ਜਾ, ਕਹਿੰਦੇ ਤੇਰੇ ਵਿੱਚੋਂ ਦੀ ਗੋਲੀ ਹੁਣੇ ਲਗਾ ਦੇਵਾਂਗਾ। ਉਹ ਕਹਿੰਦਾ ਪਾਸੇ ਹੋ ਕੇ ਆਖਣ ਲੱਗਾ ਤੁਸੀਂ ਕੌਣ ਹੋ? ਜਦ ਕਿ ਕਹਿੰਦੇ ਸਾਰੇ ਆਫੀਸਰਾਂ ਦਾ ਹੁਕਮ ਹੈ, ਜੋ ਤੁਸੀਂ ਮਰਜ਼ੀ ਕਰੋ, ਜੋ ਤੁਸੀਂ ਮਰਜ਼ੀ ਲੁੱਟੋ, ਤੁਸੀਂ ਕੌਣ ਹੋ? ਤੇ ਬਾਬਾ ਜੀ ਪਤਾ ਕੀ ਕਹਿੰਦੇ? ਮੈਨੂੰ ਕਹਿੰਦੇ ਵੱਡੇ ਆਫੀਸਰ ਨੇ ਭੇਜਿਆ, ਇਸ਼ਾਰਾ ਕਿੱਧਰ ਸੀ? ਜਿਹੜਾ ਸਾਰਿਆਂ ਤੋਂ ਵੱਡਾ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਮੈਨੂੰ ਵੱਡੇ ਆਫੀਸਰ ਨੇ ਭੇਜਿਆ ਹੈ। ਪਿਆਰਿਓ ਉਹ ਤੇ ਭੱਜ ਗਿਆ ਸਿਪਾਹੀ, ਉਸੇ ਵੇਲੇ ਭੱਜ ਗਿਆ। ਇਸ ਲਈ ਹੁਣ ਪਰਿਵਾਰ ਨੇ ਸੋਚਿਆ ਕਿ ਚਲੋ ਇਹ ਤਾਂ ਵਿਪਤਾ ਟਲ ਗਈ, ਤੇ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਪਿਆਰਿਓ ਬਾਹਰ ਪਹਿਰਾ ਦੇ ਰਹੇ ਉਸ ਪਰਿਵਾਰ ਦਾ, ਕਿਉਂਕਿ ਬੱਚੀਆਂ ਸਨ ਅੰਦਰ, ਬੇਗਮਾਂ ਸਨ ਅੰਦਰ, ਪਹਿਰਾ ਦੇ ਰਹੇ ਨੇ, ਸਾਰੀ ਰਾਤ ਪਹਿਰਾ ਦਿੰਦੇ ਰਹੇ ਨੇ। ਕੋਈ ਇੱਧਰ ਆਵੇ ਨਾ, ਰਖਵਾਲੀ ਕਰ ਰਹੇ ਨੇ। ਜਿਸ ਵੇਲੇ ਦਿਨ ਚੜਿਆ ਤੇ ਪਿਆਰਿਓ ਥੋੜਾ ਜਿਹਾ ਠੰਡੋਲਾ ਹੋਇਆ, ਉਹ ਪਰਿਵਾਰ ਦੇ ਜੀ, ਉਹਨਾਂ ਦੇ ਘਰ ਵਾਲੇ ਵੀ ਘਰ ਆਏ। ਉਹਨਾਂ ਨੇ ਵੇਖਿਆ
ਕਿ ਜਿਨ੍ਹਾਂ ਨੇ ਸਾਨੂੰ ਬਚਾਇਆ, ਸਾਨੂੰ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ। ਬਾਬਾ ਕਰਮ ਸਿੰਘ ਜੀ ਹੋਤੀ ਬਰਦਾਨ ਵਾਲੇ ਬਾਹਰ ਖੜੇ ਨੇ, ਡਿਊਟੀ ਤੇ ਤਾਇਨਾਤ ਨੇ। ਬਾਹਰ ਖੜੇ ਬਜ਼ੁਰਗ ਮਾਂ ਆਈ ਮੁਸਲਮਾਨਾਂ ਦੇ ਵਿੱਚ, ਜੋ ਉਹਨਾਂ ਦੀ ਬਜ਼ੁਰਗ ਸੀ, ਉਸਨੇ ਆਪਣੀਆਂ ਬੱਚੀਆਂ ਨੂੰ ਆਖ ਦਿੱਤਾ ਕਿ ਸਾਡੇ ਧਰਮ ਦੇ ਵਿੱਚ ਭਾਵੇਂ ਕਿਸੇ ਨੂੰ ਅਸੀਂ ਆਪਣਾ ਚਿਹਰਾ ਨਹੀਂ ਦਿਖਾਉਂਦੇ, ਇਹ ਤੇ ਖੁਦਾ ਦਾ ਰੂਪ ਹੈ, ਇਹ ਤੇ ਉਸ ਵਾਹਿਗੁਰੂ ਦਾ ਰੂਪ ਹੈ, ਅੱਲਾ ਦਾ ਨੂਰ ਹੈ। ਕਹਿੰਦੇ ਸਾਰੇ ਪਰਦੇ ਪਾਸੇ ਕਰਕੇ ਇਹਨਾਂ ਦੇ ਦਰਸ਼ਨ ਕਰ ਲਓ। ਜਿਨ੍ਹਾਂ ਨੇ ਸਾਡੀ ਇੱਜ਼ਤ ਨੂੰ ਬਚਾਇਆ ਹੈ, ਜਿਨ੍ਹਾਂ ਨੇ ਸਾਡੇ ਤੇ ਏਡੀ ਵੱਡੀ ਰਹਿਮਤ ਕੀਤੀ ਹੈ, ਸਾਡੇ ਤੇ ਤਰਸ ਕਰਕੇ ਤੁਹਾਡੀ ਇੱਜ਼ਤ ਨੂੰ ਬਚਾਇਆ। ਪਿਆਰੇ, ਜਿਸ ਵੇਲੇ ਉਸ ਬੀਬੀ ਨੇ ਇਹ ਗੱਲ ਆਖੀ, ਬਜ਼ੁਰਗ ਮਾਂ ਨੇ ਇਹ ਗੱਲ ਆਖੀ, ਤੇ ਸਾਰਿਆਂ ਨੇ ਪੜਦਾ ਕੋਈ ਨਹੀਂ ਕੀਤਾ। ਉਹ ਬਜ਼ੁਰਗ ਮਾਂ ਕਹਿੰਦੀ ਥਾਲ ਇੱਕ ਭਰ ਕੇ ਲੈ ਕੇ ਆਈ ਮੋਹਰਾਂ ਦਾ, ਤੇ ਵਿੱਚ ਗਹਿਣੇ ਰੱਖੀ ਹੋਈ। ਆਖਣ ਲੱਗੀ ਤੁਸੀਂ ਸਾਰੀ ਰਾਤ ਸਾਡਾ ਪਹਿਰਾ ਦਿੱਤਾ, ਆਹ ਤੁਹਾਡੇ ਵਾਸਤੇ। ਬਾਬਾ ਜੀ ਕਹਿੰਦੇ ਨਹੀਂ, ਇਹਨਾਂ ਦੀ ਸਾਨੂੰ ਲੋੜ ਨਹੀਂ, ਇਹ ਤੇ ਸਾਡੀ ਜ਼ਿੰਮੇਵਾਰੀ ਹੈ, ਇਹ ਤੇ ਸਾਡੀ ਜ਼ਿੰਮੇਵਾਰੀ ਹੈ। ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਇਹ ਸਾਡੀ ਜੇ ਜ਼ਿੰਮੇਵਾਰੀ ਲਾਈ ਹੈ, ਅਸੀਂ ਤੇ ਜ਼ਿੰਮੇਵਾਰੀ ਨੂੰ ਭੁਗਤਾ ਰਹੇ ਸੀ। ਪਿਆਰੋ, ਜਿਹੜੀ ਸਭਨਾਂ ਦੇ ਵਿੱਚ ਪਰਮੇਸ਼ਰ ਨੂੰ, ਸਭਨਾਂ ਵਿੱਚ ਤੂੰ ਵਰਤਦਾ ਸ਼ਾਹ, ਸਭ ਤੁਝੇ ਧਿਆਵੇ ਮੇਰੇ ਸ਼ਾਹ। ਜਿਹੜੇ ਸਾਰਿਆਂ ਦੇ ਵਿੱਚ ਉਸ ਪਰਮੇਸ਼ਰ ਨੂੰ ਵੇਖਦੇ ਨੇ। ਪਿਆਰੋ ਭਾਈ ਕੱਟੂ, ਕੱਲ ਰੋਜ਼ ਆਪਾਂ ਗੱਲ ਕਰ ਰਹੇ ਸੀ ਕਿ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਮੇਰੀ ਪੀਰੀ ਦੇ ਮਾਲਕ ਸ੍ਰੀਨਗਰ ਦੀ ਧਰਤੀ ਤੇ ਪਹੁੰਚੇ ਨੇ, ਮਾਤਾ ਭਾਗ ਭਰੀ ਦੇ ਘਰ ਦੇ ਵਿੱਚ, ਮਾਤਾ ਭਾਗ ਭਰੀ ਦੇ ਘਰ ਦੇ ਵਿੱਚ ਪਹੁੰਚਦੇ ਨੇ। ਪਿਆਰੂ, ਪਹੁੰਚਣ ਤੋਂ ਪਹਿਲਾਂ ਮਾਤਾ ਭਾਗ ਭਰੀ ਦੇ ਕੋਲ ਜਮਦੂਤ ਆਉਂਦੇ। ਮਾਤਾ ਭਾਗ ਭਰੀ ਦੇ ਕੋਲ ਕਹਿੰਦੇ ਜਮਦੂਤ ਆਉਂਦੇ ਨੇ। ਜਮਦੂਤ ਆ ਕਰਕੇ ਕਹਿੰਦੇ ਨੇ, ਮਾਂ ਅਸੀਂ ਤੈਨੂੰ ਲੈਣ ਵਾਸਤੇ ਆਏ ਹਾਂ। ਮਾਂ ਭਾਗ ਭਰੀ ਪਤਾ ਕੀ ਕਹਿੰਦੀ ਹੈ? ਕਹਿੰਦੀ ਜੇ ਤੁਸੀਂ ਮੈਨੂੰ ਲੈਣ ਵਾਸਤੇ ਆਏ ਹੋ ਤੇ ਲਿਜਾਂਦੇ ਕਿਉਂ? ਕੋਈ ਮੈਂ ਤੁਹਾਡੇ ਤੋਂ ਡਰਦੀ ਥੋੜੀ। ਕਹਿੰਦੇ ਜੇ ਤੁਸੀਂ ਮੈਨੂੰ ਲੈਣ ਵਾਸਤੇ ਆਏ ਹੋ, ਹਰਨਾਮਦਾਸ ਜੀ ਉਹਨਾਂ ਨੇ ਲਿਖਿਆ, ਕਹਿੰਦੇ ਜੇ ਤੁਸੀਂ ਮੈਨੂੰ ਲੈਣ ਵਾਸਤੇ ਆਏ ਹੋ ਤੇ ਲਿਜਾਂਦੇ ਕਿਉਂ ਨਹੀਂ? ਮੈਂ ਕੋਈ ਤੁਹਾਡੇ ਤੋਂ ਡਰਦੀ ਥੋੜੀ ਆ, ਮੈਂ ਜਮਾਂ ਤੋਂ ਡਰਦੀ ਥੋੜੀ ਆ। ਤੇ ਪਿਆਰੂ, ਸੁਣ ਕੇ ਜਮ ਕੇ ਦੂਤ ਨਾ ਤੇਰੇ ਛੱਡ ਜਾਏ। ਪਰ ਕਹਿੰਦੇ ਮਾਤਾ ਤੈਨੂੰ ਅਸੀਂ ਲਿਜਾ ਨਹੀਂ ਸਕਦੇ, ਤੈਨੂੰ ਅਸੀਂ ਲਿਜਾ ਨਹੀਂ ਸਕਦੇ। ਕਹਿੰਦੇ ਕਿਉਂ ਨਹੀਂ ਲਿਜਾ ਸਕਦੇ? ਪਹਿਲੇ ਤੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਤੇਰਾ ਸਮਾਂ ਪੂਰਾ ਹੋ ਗਿਆ। ਕਹਿੰਦੀ ਹਾਂ, ਸਮਾਂ ਤੇਰਾ ਪੂਰਾ ਹੋ ਗਿਆ, ਪਰ ਤੈਨੂੰ ਅਸੀਂ ਹਾਲੇ ਲਿਜਾ ਨਹੀਂ ਸਕਦੇ। ਕਹਿੰਦੀ ਕਿਉਂ ਨਹੀਂ ਲਿਜਾ ਸਕਦੇ? ਕਹਿੰਦੇ ਇਸ ਕਰਕੇ ਨਹੀਂ ਲਿਜਾ ਸਕਦੇ, ਇਸ ਕਰਕੇ ਨਹੀਂ ਲਿਜਾ ਸਕਦੇ ਕਿ ਜਿਸ ਮਹਾਬਲੀ ਦੇ ਤੂੰ ਦਰਸ਼ਨਾਂ ਵਾਸਤੇ ਅਰਦਾਸਾਂ ਕਰ ਰਹੀ ਹੈ, ਜਿਸ ਮਹਾਬਲੀ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ, ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਤੂੰ ਅਰਦਾਸਾਂ ਬੇਨਤੀਆਂ ਕਰ ਰਹੀ ਹੈ, ਯਾਦ ਕਰ ਰਹੀ ਹੈ, ਜਿਤਨੀ ਦੇਰ ਤੱਕ ਤੂੰ ਉਸ ਮਹਾਬਲੀ ਦੇ ਦਰਸ਼ਨ ਨਹੀਂ ਕਰ ਲੈਂਦੀ, ਉਤਨੀ ਦੇਰ ਤੱਕ ਤੈਨੂੰ ਅਸੀਂ ਲਿਜਾਵਾਂਗੇ ਕੋਈ ਨਹੀਂ। ਗੁਰੂ ਹਰਗੋਬਿੰਦ ਮਹਾਰਾਜ ਮੇਰੀ ਪੀਰੀ ਦੇ ਮਾਲਕ ਪਿਆਰੀ ਇਸ ਮਾਤਾ ਭਾਗ ਭਰੀ ਨੂੰ ਤਾਰਿਆ, ਤਾਰਿਆ ਜਹਾਨ ਰਹਿਆ ਅਭਿਮਾਨ, ਜਿਨੀ ਦਰਸ਼ਨ ਪਾਇਆ, ਜਿਨੀ ਤੁਧ ਨੂੰ ਧਨ ਕਹਿਆ, ਤਿਨ ਜਮ ਨੇੜ ਨਾ ਆਇਆ। ਮਾਤਾ ਜੀ ਨੂੰ ਦਰਸ਼ਨ ਦੇ ਕੇ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਨੇ ਉਹਦਾ ਲੋਕ ਤੇ ਪਰਲੋਕ ਸਵਾਰਿਆ, ਲੋਕ ਤੇ ਪਰਲੋਕ ਸਵਾਰਿਆ। ਪਿਆਰੇ, ਤੇ ਸੰਗਤਾਂ ਦਰਸ਼ਨ ਕਰਨ ਵਾਸਤੇ ਦੂਰੋਂ ਦੂਰੋਂ ਆ ਰਹੀਆਂ, ਬੜੀਆਂ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਨੇ। ਤੇ ਜਦੋਂ ਸੰਗਤਾਂ ਜਾ ਰਹੀਆਂ ਤੇ ਪਿਆਰਿਓ ਭਾਈ ਕੱਟੂ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਦਰਸ਼ਨ ਕੀਤੇ ਸਨ, ਤੇ ਦਰਸ਼ਨ ਕਰਕੇ ਪਿਆਰਿਓ ਗੁਰੂ ਦੇ ਹੋ ਗਏ ਸੀ। ਹਰ ਵੇਲੇ ਸਤਿਗੁਰਾਂ ਦੀ ਬਾਣੀ, ਸੁਖਮਨੀ ਸਾਹਿਬ ਦਾ ਪਾਠ, ਜਪਜੀ ਸਾਹਿਬ ਦਾ ਜਾਪ ਕੀਤੀ। ਇਹ ਕਹਿੰਦੇ ਨੇ ਕਿ 21 ਸੁਖਮਨੀ ਸਾਹਿਬ ਦੇ ਪਾਠ ਕਰੀ ਜਾਇਆ ਕਰਦੇ ਸਨ। ਹਰ ਵੇਲੇ ਇਤਨੀ ਬਖਸ਼ਿਸ਼, ਇਤਨੀ ਰਹਿਮਤ, ਕਹਿੰਦੇ ਜੁੜ ਕੇ ਰਹਿਣਾ ਪਰਮੇਸ਼ਰ ਦੇ ਚਰਨਾਂ ਦੇ ਨਾਲ। ਭਾਈ ਕੱਟੂ ਜਿਸ ਵੇਲੇ ਸੰਗਤਾਂ ਆ ਰਹੀਆਂ ਸਨ ਤੇ ਰਾਤ ਇਹਨਾਂ ਦੇ ਕੋਲ ਰਹਿਣਾ ਸੀ।
ਭਾਈ ਕੱਟੂ ਜੀ ਨੇ ਕਹਿੰਦੇ ਬਹੁਤ ਇਹਨਾਂ ਦੀ ਖਾਤਰ ਕੀਤੀ, ਸੇਵਾ ਕੀਤੀ, ਰਹਿਣ ਵਾਸਤੇ ਚੰਗਾ ਭੋਜਨ ਦਾ ਇੰਤਜ਼ਾਮ ਕੀਤਾ, ਬਿਸਤਰੇ ਦਾ ਇੰਤਜ਼ਾਮ ਕੀਤਾ। ਇਹਨਾਂ ਨੇ ਰਾਤ ਜਦੋਂ ਰਹੇ ਤੇ ਸਮਾਨ ਰੱਖਿਆ ਹੋਇਆ ਸੀ, ਸਮਾਨ ਸਾਰਾ ਰੱਖਿਆ। ਸਵੇਰੇ ਜਦੋਂ ਤੁਰਨ ਲੱਗੇ ਤੇ ਇੱਕ ਇਹਨਾਂ ਦੇ ਕੋਲ ਡੱਬਾ ਜਿਸ ਦੇ ਵਿੱਚ ਇਹਨਾਂ ਨੇ ਸ਼ਹਿਦ ਪਾਇਆ ਹੋਇਆ ਸੀ। ਪਿਆਰੀ ਛੋਟੀ ਮੱਖੀ ਦਾ ਸ਼ਹਿਦ ਹੈ, ਛੋਟੀ ਮੱਖੀ ਦਾ ਸ਼ਹਿਦ ਜੋ ਇਹ ਲੈ ਕੇ ਆਏ ਸਨ। ਭਾਈ ਕੱਟੂ ਜੀ ਆਖਣ ਲੱਗੀ, ਇਸ ਬਰਤਨ ਦੇ ਵਿੱਚ ਕੀ ਪਾਇਆ ਹੋਇਆ, ਇਸ ਬਰਤਨ ਦੇ ਵਿੱਚ ਤੁਸੀਂ ਕੀ ਪਾਇਆ ਹੋਇਆ? ਕਹਿੰਦੀ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ। ਕਹਿੰਦੀ ਇਹਦੇ ਵਿੱਚ ਛੋਟੀ ਮੱਖੀ ਦਾ ਸ਼ਹਿਦ ਹੈ, ਇਹ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਵਾਸਤੇ ਅਸੀਂ ਲੈ ਕਰਕੇ ਆਏ ਹਾਂ, ਸਤਿਗੁਰੂ ਇਹ ਛਕਣਗੇ। ਤੇ ਭਾਈ ਕੱਟੂ ਜੀ ਕਹਿੰਦੇ ਇੱਕ ਥੋੜਾ ਜਿਹਾ, ਕਹਿੰਦੇ ਥੋੜਾ ਜਿਹਾ, ਬਿਲਕੁਲ ਭਾਵੇਂ ਉਂਗਲੀ ਤੇ ਲਾ ਦਿਓ ਮੇਰੀ ਤੇ, ਥੋੜਾ ਜਿਹਾ ਸ਼ਹਿਦ ਮੈਨੂੰ ਦੇ ਦਿਓ, ਮੈਂ ਇਸ ਨੂੰ ਚੱਕ ਕੇ ਵੇਖ ਲਵਾਂ, ਮੈਂ ਇਸ ਨੂੰ ਚੱਕ ਕੇ ਵੇਖ ਲਵਾਂ, ਥੋੜਾ ਜਿਹਾ ਸ਼ਹਿਦ ਮੈਨੂੰ ਦੇ ਦੇਵੋ। ਉਹ ਆਖਣ ਲੱਗੇ, ਅਸੀਂ ਤੈਨੂੰ ਕਿਸ ਤਰ੍ਹਾਂ ਦੇ ਦਈਏ, ਇਹ ਸ਼ਹਿਦ ਤੇ ਝੂਠਾ ਹੋ ਜਾਏਗਾ, ਫਿਰ ਅਸੀਂ ਤੇ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਮਹਾਰਾਜ ਜਦੋਂ ਭੋਗ ਲਾਉਣਗੇ ਉਦੋਂ ਦੇਵਾਂਗੇ। ਕਹਿੰਦੇ ਜੋ ਬਖਸ਼ਿਸ਼ਾਂ ਭਾਈ ਕੱਟੂ ਜੀ ਕਹਿੰਦੇ ਜੋ ਬਖਸ਼ਿਸ਼ਾਂ ਮੇਰੀ ਪੀੜੀ ਦੇ ਮਾਲਕ ਨੇ ਕਰਨੀਆਂ ਨੇ, ਉਹ ਬਖਸ਼ਿਸ਼ਾਂ ਤੁਹਾਡੇ ਤੇ ਹੋ ਜਾਣਗੀਆਂ ਜੇ ਕਿਧਰੇ ਤੁਸੀਂ ਮੈਨੂੰ ਥੋੜਾ ਜਿਹਾ ਸ਼ਹਿਦ ਦੇ ਦਿਓ। ਕਹਿੰਦੇ ਨਹੀਂ, ਅਸੀਂ ਤੈਨੂੰ ਦੇ ਨਹੀਂ ਸਕਦੇ ਸ਼ਹਿਦ, ਇਹ ਝੂਠਾ ਨਹੀਂ ਅਸੀਂ ਹੋਣ ਦੇਣਾ, ਝੂਠਾ ਨਹੀਂ ਹੋਣ ਦੇਣਾ। ਪਿਆਰੂ ਸ਼ਹਿਦ ਲੈ ਕੇ ਹੁਣ ਜਿਸ ਵੇਲੇ ਕਾਠੀ ਬਾਜ਼ਾਰ ਦੇ ਵਿੱਚੋਂ ਲੰਘਦਿਆਂ ਹੋਇਆ, ਜਿੱਥੇ ਮਾਤਾ ਭਾਗ ਭਰੀ ਦੇ ਕੋਲ ਮੇਰੇ ਸਤਿਗੁਰੂ ਆਏ ਹੋਏ ਸਨ, ਸੰਗਤਾਂ ਜਿੱਥੇ ਹੋਰ ਵੀ ਆ ਰਹੀਆਂ ਸਨ, ਇਹ ਪਰਿਵਾਰ ਵੀ ਕਹਿੰਦੇ ਉੱਥੇ ਪਹੁੰਚਿਆ, ਕਿਉਂਕਿ ਉਸ ਸਾਈਡ ਤੇ ਪਿਆਰੇ ਫਲ ਬਹੁਤ ਹੁੰਦੇ ਨੇ, ਸੇਬ ਬਹੁਤ ਹੁੰਦੇ ਨੇ, ਬਦਾਮ ਬਹੁਤ ਹੁੰਦੇ ਨੇ। ਇਹੋ ਜਿਹੀਆਂ ਵਸਤੂਆਂ ਲੈ ਕਰਕੇ ਸਾਰੀਆਂ ਸੰਗਤਾਂ ਆ ਰਹੀਆਂ ਸਨ, ਬੜੇ ਪਿਆਰ ਦੇ ਨਾਲ ਫਲ ਲੈ ਕੇ ਆ ਰਹੇ ਨੇ। ਇਹ ਸੰਗਤਾਂ ਜਿਸ ਵੇਲੇ ਸਾਰਿਆਂ ਨੇ ਫਲ ਵੀ ਰੱਖੇ, ਇਹ ਪਿਆਰੂ ਇਹ ਡੱਬਾ ਜਿਸ ਦੇ ਵਿੱਚ ਸ਼ਹਿਦ ਪਾਇਆ ਹੋਇਆ ਸੀ, ਤੇ ਮੇਰੇ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਵਸਤੂਆਂ ਵੱਲ ਵੇਖ ਕੇ ਆਖਣ ਲੱਗੇ, ਇਸ ਬਰਤਨ ਦੇ ਵਿੱਚ ਕੀ ਪਾਇਆ ਹੋਇਆ ਜਿਹੜਾ ਤੁਸੀਂ ਢੱਕਿਆ ਹੋਇਆ? ਮਹਾਰਾਜ ਇਹ ਅਸੀਂ ਸ਼ਹਿਦ ਲੈ ਕੇ ਆਏ ਹਾਂ ਤੁਹਾਡੇ ਵਾਸਤੇ, ਤੁਹਾਡੇ ਵਾਸਤੇ ਸ਼ਹਿਦ ਲੈ ਕੇ ਆਏ ਹਾਂ, ਛੋਟੀ ਮੱਖੀ ਦਾ ਸ਼ਹਿਦ ਹੈ, ਬਹੁਤ ਹੀ ਪਿਆਰਾ ਸ਼ਹਿਦ ਹੈ। ਤੇ ਕਹਿੰਦੇ ਇਹ ਸਾਨੂੰ ਦਿਖਾਓ। ਜਿਸ ਵੇਲੇ ਡੱਬਾ ਖੋਲ੍ਹਿਆ ਤੇ ਪਿਆਰਿਓ ਸ਼ਹਿਦ ਦੇ ਵਿੱਚ ਕੀੜੇ ਚੱਲ ਰਹੇ, ਸ਼ਹਿਦ ਦੇ ਵਿੱਚ ਕੀੜੇ ਚੱਲ ਰਹੇ। ਮਹਾਰਾਜ ਇਹ ਸ਼ਹਿਦ ਤੇ ਅਸੀਂ ਚੰਗਾ ਭਲਾ ਲੈ ਕੇ ਆਏ ਸੀ, ਇਹ ਤੇ ਅਸੀਂ ਚੰਗਾ ਭਲਾ ਸ਼ਹਿਦ ਲੈ ਕੇ ਆਏ, ਬਹੁਤਾ ਪੁਰਾਣਾ ਕੋਈ ਸ਼ਹਿਦ ਨਹੀਂ ਹੈ, ਤੇ ਸ਼ਹਿਦ ਦੇ ਵਿੱਚ ਇਹਦੇ ਕੀੜੇ ਤੁਰ ਰਹੇ ਨੇ, ਇਹਦੇ ਕਿਰਮ ਤੁਰ ਰਹੇ ਨੇ। ਤੇ ਗੁਰੂ ਹਰਗੋਬਿੰਦ ਮਹਾਰਾਜ ਮੇਰੀ ਪੀੜੀ ਦੇ ਮਾਲਕ ਆਖਣ ਲੱਗੇ, ਪਿਆਰਿਓ ਜਿੱਥੇ ਅਸੀਂ ਤੁਹਾਡੇ ਕੋਲੋਂ ਮੰਗਿਆ ਸੀ ਉੱਥੇ ਤੇ ਤੁਸੀਂ ਸਾਨੂੰ ਦਿੱਤਾ ਕੋਈ ਨਹੀਂ। ਕਹਿੰਦੇ ਮਹਾਰਾਜ ਤੁਸੀਂ ਕਿੱਥੇ ਮੰਗਿਆ, ਤੁਹਾਡਾ ਤੇ ਮਿਲਾਪ ਹੀ ਹੋਇਆ। ਕਹਿੰਦੇ ਪਿਆਰਿਓ ਜਦੋਂ ਭਾਈ ਕੱਟੂ ਨੇ ਮੰਗਿਆ ਸੀ ਸ਼ਾਇਦ ਉਹਨਾਂ ਦੀ ਰਸਨਾ ਤੇ ਅਸੀਂ ਆਪ ਹੀ ਬੋਲ ਰਹੇ ਸੀ, ਅਸੀਂ ਮੰਗ ਰਹੇ ਸੀ ਉੱਥੇ ਸ਼ਾਇਦ ਉੱਥੇ ਤੇ ਤੁਸੀਂ ਦਿੱਤਾ ਕੋਈ ਨਹੀਂ, ਇਸੇ ਕਰਕੇ ਕਿ ਤੁਹਾਡਾ ਸ਼ਾਇਦ ਖਰਾਬ ਹੋ ਗਿਆ, ਇਹਦੇ ਵਿੱਚ ਕੀੜੇ ਪੈ ਗਏ ਨੇ। ਕਹਿੰਦੇ ਜਿੱਥੇ ਅਸੀਂ ਮੰਗਿਆ ਉੱਥੇ ਦਿੱਤਾ ਕੋਈ ਨਹੀਂ, ਮੇਰੇ ਸਿੱਖ ਨੇ ਮੰਗਿਆ ਤੁਸੀਂ ਦਿੱਤਾ ਕੋਈ ਨਹੀਂ, ਇਸ ਕਰਕੇ ਇਹ ਖਰਾਬ ਹੋ ਗਿਆ। ਜੇ ਤੁਸੀਂ ਕਹਿੰਦੇ ਸਾਨੂੰ ਛਕਾਉਣਾ ਚਾਹੁੰਦੇ ਹੋ ਨਾ ਤੇ ਪਹਿਲਾਂ ਭਾਈ ਕੱਟੂ ਦੇ ਕੋਲ ਜਾਓ, ਪਹਿਲਾਂ ਭਾਈ ਕੱਟੂ ਦੇ ਕੋਲ ਜਾਓ। ਪਿਆਰੂ ਉਸੇ ਵੇਲੇ ਹੀ ਉਹ ਮੁੜੇ, ਉਸੇ ਵੇਲੇ ਹੀ ਉਹ ਮੁੜੇ ਤੇ ਆਖਰ ਕੇ ਭਾਈ ਕੱਟੂ ਜੀ ਨੂੰ ਕਹਿੰਦੇ, ਭਾਈ ਕੱਟੂ ਜੀ ਆਹ ਤੁਸੀਂ ਚੱਖ ਲਓ ਸ਼ਹਿਦ, ਆਹ ਤੁਸੀਂ ਛਕ ਲਓ ਸ਼ਹਿਦ। ਕਹਿੰਦੇ ਹੁਣ ਕਿਉਂ ਆਏ ਹੋ? ਕਹਿੰਦੇ ਸਤਿਗੁਰਾਂ ਨੇ ਆਖਿਆ ਹੈ ਤੁਹਾਡੇ ਵਾਸਤੇ। ਜਿਸ ਵੇਲੇ ਪਿਆਰਿਓ ਭਾਈ ਕੱਟੂ ਨੇ ਹੁਣ ਜਿਸ ਵੇਲੇ ਸ਼ਹਿਦ ਉੱਤੋਂ ਚੱਕ ਕੇ ਵੇਖਿਆ, ਢੱਕਣ ਲਾ ਕੇ ਵੇਖਿਆ, ਉਹ ਸ਼ਹਿਦ ਉਸੇ ਤਰ੍ਹਾਂ ਸੀ, ਬਿਲਕੁਲ ਉਸੇ ਤਰ੍ਹਾਂ ਹੀ ਸ਼ਹਿਦ ਜਿਸ ਤਰ੍ਹਾਂ ਪਹਿਲੋਂ ਲੈ ਕੇ ਆਏ ਸਨ। ਭਾਈ ਕੱਟੂ ਨੂੰ ਛਕਾ ਕੇ ਫਿਰ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਕੋਲ ਲੈ ਕੇ ਆਏ।
ਜਿਹੜੇ ਸਾਰਿਆਂ ਦੇ ਵਿੱਚ ਪਰਮੇਸ਼ਰ ਨੂੰ ਤੱਕਦੇ ਨੇ ਪਿਆਰਿਓ, ਭਾਈ ਕੱਟੂ ਸਾਰਿਆਂ ਦੇ ਵਿੱਚ ਪਰਮੇਸ਼ਰ ਨੂੰ ਤੱਕਦੇ ਸੀ। ਉਹਨਾਂ ਦੇ ਵਿੱਚ ਕੋਈ ਦਵੈਤ ਭਾਵ ਨਹੀਂ ਸੀ। ਸਭਨਾ ਵਿੱਚ ਤੋ ਵਰਤਦਾ ਸ਼ਾਹ, ਸਭ ਤੁਝੇ ਤੇ ਆਵੇ ਦਿਨ ਰਾਤ। ਤੂੰ ਸਾਰਿਆਂ ਦੇ ਵਿੱਚ ਵਰਤਦਾ, ਸਾਰੇ ਤੈਨੂੰ ਦਿਨ ਰਾਤ ਯਾਦ ਕਰਦੇ। ਕੋਈ ਕਿਸੇ ਤਰੀਕੇ ਦੇ ਨਾਲ ਯਾਦ ਕਰ ਰਿਹਾ, ਕੋਈ ਅੱਲਾ ਅੱਲਾ ਕਰ ਰਿਹਾ, ਕੋਈ ਰਾਮ ਰਾਮ ਕਰ ਰਿਹਾ, ਕੋਈ ਵਾਹਿਗੁਰੂ ਵਾਹਿਗੁਰੂ ਕਰ ਰਿਹਾ, ਕੋਈ ਸਤਨਾਮ ਸਤਨਾਮ ਕਰਕੇ ਜਪ ਰਿਹਾ, ਪਰ ਵਾਹਿਗੁਰੂ ਤੈਨੂੰ ਹੀ ਜਪ ਰਹੇ ਨੇ। ਸਭਨਾ ਵਿੱਚ ਤੂੰ ਵਰਤਦਾ, ਤੂੰ ਸਾਰਿਆਂ ਦੇ ਵਿੱਚ ਰਮਿਆ ਹੋਇਆ, ਭੁਲੇਖਾ ਜ਼ਰੂਰ ਬਣਿਆ ਹੋਇਆ ਸਾਰਿਆਂ ਨੇ। ਕੋਈ ਕਹਿੰਦਾ ਉਹ ਰਾਮ ਸਰੂਪ ਹਨ ਪਰਮੇਸ਼ਰ, ਕੋਈ ਕਹਿੰਦਾ ਵਾਹਿਗੁਰੂ, ਕੋਈ ਕਹਿੰਦਾ ਅੱਲਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੀ ਗੁਸਈਆ, ਕੋਈ ਅਲਾਏ। ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀ। ਇਹ ਤਾਂ ਸਿਰਫ ਪਿਆਰਿਓ ਵਖਰੇਵੇਂ ਪਏ ਹੋਏ ਨੇ। ਰਾਜ ਕਰਹੀਮ ਉਹੀ, ਦੂਸਰੋ ਨਾ ਭੇਦ ਕੋਈ। ਭੂਲ ਭ੍ਰਮ ਮਾਨਵ ਮਾਨਸ ਕੀ ਜਾਤ, ਸਭੈ ਏਕੈ ਪਹਿਚਾਨਬੋ। ਧੰਨ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਨੇ ਉਹ ਸਾਰਿਆਂ ਦੇ ਵਿੱਚ ਹੈ ਪਰਮੇਸ਼ਰ। ਕੋਈ ਕਿਸੇ ਤਰੀਕੇ ਦੇ ਨਾਲ ਯਾਦ ਕਰ ਰਿਹਾ, ਕੋਈ ਕਿਸੇ ਤਰੀਕੇ ਦੇ ਨਾਲ ਯਾਦ ਕਰ ਰਿਹਾ, ਹੈ ਪਰਮੇਸ਼ਰ ਸਾਰਿਆਂ ਦੇ ਵਿੱਚ। ਸਭ ਤੁਝੇ ਤੇ ਆਵੇ ਦਿਨ ਰਾਤ। ਪਿਆਰੀ ਸਾਰੀ ਸ੍ਰਿਸ਼ਟੀ ਉਸੇ ਮਾਲਕ ਨੂੰ ਯਾਦ ਕਰ ਰਹੀ ਹੈ, ਉਸ ਮਾਲਕ ਨੂੰ ਯਾਦ ਕਰ ਰਹੀ ਹੈ। ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸ਼ਾਹ, ਤੂੰ ਸਭਨਾ ਕਰਹੀਂ ਕਦਾਤ। ਇਹ ਸਾਰੇ ਤੇਰੇ ਕੋਲੇ ਮੰਗਦੇ ਨੇ, ਸਾਰੇ ਤੇਰੇ ਦਰ ਦੇ ਭਿਖਾਰੀ ਹਨ। ਅਸੀਂ ਪਿਆਰਿਓ ਸਾਰੇ ਹੀ ਉਸ ਦਰ ਦੇ ਭਿਖਾਰੀ ਹਾਂ। ਕੋਈ ਵੀ ਐਸਾ ਨਹੀਂ ਜਿਹੜਾ ਪਰਮੇਸ਼ਰ ਦੇ ਕੋਲ ਆਪਣੀ ਡਿਮਾਂਡ ਨਹੀਂ ਰੱਖ ਰਿਹਾ। ਹਰ ਇੱਕ ਦੀ ਮੰਗ ਹੈ, ਕਿਸੇ ਦੀ ਕੋਈ ਮੰਗ ਹੈ, ਕਿਸੇ ਦੀ ਕੋਈ ਮੰਗ ਹੈ ਕਿ ਦੁਨੀਆ ਦੇ ਸੁੱਖ ਮੰਗ ਰਿਹਾ, ਕੋਈ ਪੁੱਤਰਾਂ ਵਾਸਤੇ ਮੰਗ ਰਿਹਾ, ਕੋਈ ਔਲਾਦ ਵਾਸਤੇ ਮੰਗ ਰਿਹਾ, ਕੋਈ ਦੁਨੀਆ ਦੇ ਸੁੱਖ। ਸਾਰੇ ਉਸ ਪਰਮੇਸ਼ਰ ਦੇ ਕੋਲੋਂ ਮੰਗਦੇ ਨੇ। ਤੂੰ ਸਭਨਾ ਕਰੀ ਦਾਤ, ਤੇ ਸਾਰਿਆਂ ਨੂੰ ਦਾਤਾਂ ਦੇਈ ਜਾ ਰਿਹਾ, ਸਾਰਿਆਂ ਨੂੰ ਦਾਤਾਂ ਦੇ ਰਿਹਾ। ਵਾਹਿਗੁਰੂ ਪਿਆਰਿਓ ਭਿਖਾਰੀ ਸਭ ਦੁਨੀਆ, ਦਾਤਾ ਇੱਕ ਰਾਮ, ਦਾਤਾ ਪਰਮੇਸ਼ਰ ਹੈ। ਅਸੀਂ ਸਾਰੇ ਹੀ ਉਸ ਦਰ ਦੇ ਭਿਖਾਰੀ ਹਾਂ। ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ। ਦੇਂਦੇ ਟੋਟ ਨਾ ਆਵੇ, ਅਗੰਤ ਭਰੇ ਭੰਡਾਰ। ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੀ। ਜੁਗਾਂ ਤੋਂ ਪਿਆਰਿਓ ਖਾਂਦੇ ਆ ਰਹੇ ਹਾਂ। ਇਹ ਵਾਹਿਗੁਰੂ ਸਾਡੇ ਤੇ ਬਖਸ਼ਿਸ਼ਾਂ ਕਰੀ ਚਲੇ ਜਾ ਰਿਹਾ। ਦੀਨਨ ਕੀ ਪ੍ਰਤਪਾਲ ਕਰੇ ਨਿਤ, ਸੰਤ ਉਬਾਰ ਬਨੀ ਮਨ ਗਾਰੇ। ਪਸ਼ ਪਸ਼ੂ ਨਗ ਨਾਗ ਨਰਾਤਬ, ਸਰਬ ਸਮੇਂ ਸਭ ਕੋ ਪ੍ਰਤਪਾਰੇ। ਭੋਗਤ ਹੈ ਜਲ में थल में पल में कल के नी कर्म विचारे। दीन दयाल दया नित दोखन तीकत है, पर देत ना हारे। ਪਿਆਰਿਓ ਸਾਡੇ ਨਿਤ ਦੇ ਗੁਨਾਹਾਂ ਵੱਲ ਵੇਖਦਾ, ਅਸੀਂ ਕਿਤਨੇ ਗੁਨਾਹ ਕਰਦੇ ਹਾਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ, ਪਰ ਵਾਹਿਗੁਰੂ ਫੇਰ ਵੀ ਸਾਰਿਆਂ ਨੂੰ ਦੇ ਰਿਹਾ ਹੈ। ਉਹ ਸਾਰਿਆਂ ਨੂੰ ਦੇਈ ਚਲੇ ਜਾ ਰਿਹਾ, ਹੱਥ ਕਦੀ ਪਿੱਛੇ ਨਹੀਂ ਕਰਦਾ। ਇਹ ਕਦੇ ਨਹੀਂ ਵਾਹਿਗੁਰੂ ਕਹਿੰਦਾ ਤੇਰੀ ਹਲੇ ਕੱਲ ਮੈਂ ਡਿਮਾਂਡ ਪੂਰੀ ਕੀਤੀ ਆ। ਪਿਆਰਿਓ ਤੁਸੀਂ ਕਿਸੇ ਕੋਲੋਂ ਕੰਮ ਕਰਦੇ ਹੋਵੋਗੇ ਨਾ, ਪੈਸਾ ਧੇਲਾ ਮੰਗਣ ਵਾਸਤੇ ਜਾਓ ਤੇ ਉਹ ਇਹੋ ਗੱਲ ਆਖੇਗਾ ਤੈਨੂੰ ਤੇ ਹਾਲੇ ਕੱਲ ਪੈਸੇ ਦਿੱਤੇ ਹੁਣ ਫੇਰ ਮੰਗਣ ਵਾਸਤੇ ਆ ਗਿਆ। ਪਰ ਵਾਹਿਗੁਰੂ ਦੇ ਦਰ ਤੇ ਪਿਆਰਿਓ ਜਦੋਂ ਵੀ ਤੁਸੀਂ ਮੰਗਦੇ ਹੋ, ਉਹ ਦਾਤਾਂ ਦੇ ਨਾਲ ਨਿਵਾਜੇ ਜਾ ਰਿਹਾ। ਇਹ ਕਦੇ ਇਹ ਨਹੀਂ ਕਹਿੰਦਾ ਸਾਹਿਬ ਮੇਰਾ ਨੀਤ ਨਵਾਂ। ਉਹ ਕਦੇ ਨਹੀਂ ਇਹ ਗੱਲ ਕਹਿੰਦਾ ਤੂੰ ਕੱਲ ਵੀ ਆਇਆ ਸੀ ਤੇ ਅੱਜ ਫੇਰ ਆ ਗਿਆ। ਨਹੀਂ, ਫੇਰ ਬਖਸ਼ਿਸ਼ ਕਰਦਾ ਹੈ, ਫੇਰ ਰਹਿਮਤਾਂ ਦੇ ਨਾਲ ਨਿਵਾਜ ਦਿੰਦਾ। ਤੂੰ ਸਭਨਾ ਕਰੇ ਇੱਕ ਦਾਤ, ਸਾਰਿਆਂ ਨੂੰ ਦਾਤਾਂ ਦਈ ਚਲੇ ਜਾ ਰਿਹਾ। ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸ਼ਾਹ, ਤੁਝ ਤੇ ਬਾਹਰ ਕੋਈ ਨਾਹੀ। ਜੇ ਕੋਈ ਆਪਣੇ ਆਪ ਨੂੰ ਇਹ ਆਖੇ ਕਿ ਮੈਂ ਤੇ ਵਾਹਿਗੁਰੂ ਨੂੰ ਮੰਨਦਾ ਨਹੀਂ, ਆਪ ਹੀ ਹੋ ਜਾਂਦਾ। ਇਹ ਆਖੇ ਕਿ ਵਾਹਿਗੁਰੂ ਕਿਧਰੇ ਹੈ ਨਹੀਂ, ਪਰ ਪਰਮੇਸ਼ਰ ਤੇ ਸਾਰਿਆਂ ਦੇ ਵਿੱਚ ਹੈ। ਸਭ ਕੋ ਤੁਝ ਹੀ ਵਿੱਚ ਹੈ, ਤੇਰੇ ਹੁਕਮ ਦੇ ਵਿੱਚ ਨੇ ਸਾਰੇ।
ਇਸ ਦਾ ਭਾਵ ਇਹ ਹੈ ਕਿ ਸਾਰੇ ਤੇਰੇ ਹੁਕਮ ਦੇ ਵਿੱਚ ਚੱਲਦੇ ਨੇ। ਬਿਨਾਂ ਹੁਕਮ ਨਾ ਝੁੱਲੇ ਪੱਤਾ, ਬੰਦਾ ਐਵੇਂ ਮਾਣ ਵਿੱਚ ਮੱਤਾ, ਬਣਦਾ ਅਵਗੁਣਿਆ ਰਾਏ। ਜਿਸ ਨੇ ਸਭ ਨੂੰ ਪੈਦਾ ਕੀਤਾ, ਉਹੀਓ ਪਾਲਣ ਹਾਰਾ ਏ। ਉਹ ਵਾਹਿਗੁਰੂ ਸਾਰਿਆਂ ਨੂੰ ਪਿਆਰੂ ਰਿਜ਼ਕ ਦੇ ਰਿਹਾ ਹੈ। ਸਹਿਜ ਪੱਥਰ ਨੇ ਰਿਜ਼ਕ ਜੰਤੂ ਪਾਏ, ਤਾਂ ਕਾ ਰਿਜ਼ਕ ਆਗੇ ਕਰ ਧਰਿਆ। ਉਹਦੇ ਪੱਥਰਾਂ ਦੇ ਵਿੱਚ ਦੇ ਰਿਹਾ। ਸਭ ਕੁਝ ਤੁਝ ਹੀ ਵਿੱਚ ਹੈ, ਸਾਰਿਆਂ ਦੇ ਵਿੱਚ ਉਹ ਪਰਮੇਸ਼ਰ ਹੈ। ਤੇ ਪਿਆਰਿਓ, ਕੋਈ ਇਹ ਵੀ ਗੱਲ ਨਹੀਂ ਕਹਿ ਸਕਦਾ ਕਿ ਮੇਰੇ ਵਿੱਚ ਪਰਮੇਸ਼ਰ ਹੈ, ਤੇ ਉਸ ਤੋਂ ਆਕੀ ਵੀ ਨਹੀਂ ਹੋ ਸਕਦਾ। ਉਹਦੇ ਹੁਕਮ ਦੇ ਵਿੱਚ ਹੀ ਚੱਲੇਗਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੇ ਨਾ ਕੋਈ। ਹੈ ਸਾਰੇ ਹੁਕਮ ਦੇ ਵਿੱਚ ਹੀ, ਪਰਮੇਸ਼ਰ ਦਾ ਹੁਕਮ ਹੀ ਚੱਲ ਰਿਹਾ ਸਾਰਿਆਂ ਦੇ ਉੱਤੇ। ਪਿਆਰਿਓ, ਜੋ ਕੁਝ ਵੀ ਹੋ ਰਿਹਾ ਪਰਮੇਸ਼ਰ ਦੇ ਹੁਕਮ ਅਨੁਸਾਰ ਹੀ ਹੋ ਰਿਹਾ। ਮਨੁੱਖ ਕੁਝ ਵੀ ਨਹੀਂ ਕਰ ਸਕਦਾ। ਮਨੁੱਖ ਦਾ ਕੀਤਾ ਕੁਝ ਵੀ ਨਹੀਂ ਹੁੰਦਾ। ਪੰਜ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕੁਛ ਕੀਤਾ ਹੋ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਆਪਣੇ ਪਾਵਨ ਬਚਨਾਂ ਦੇ ਵਿੱਚ ਇਹ ਗੱਲ ਕਹਿੰਦੇ ਨੇ, ਪੰਜਾਂ ਤੱਤਾਂ ਦਾ ਸਾਰਿਆਂ ਦਾ ਸਰੀਰ ਬਣਿਆ ਹੈ। ਜੇ ਕੋ ਆਪਣੀ ਹੈਸੀਅਤ ਕਹਿੰਦਾ ਕਿ ਮੈਂ ਕੁਝ ਹਾਂ, ਮੇਰੀ ਕੋਈ ਤਾਕਤ ਹੈ, ਮੇਰੀ ਕੋਈ ਹੈਸੀਅਤ ਹੈ, ਉਹ ਛੇਵਾਂ ਤੱਤ ਬਣਾ ਕੇ ਦਿਖਾਵੇ। ਸ੍ਰਿਸ਼ਟੀ ਤੇ ਪੰਜਾਂ ਤੱਤਾਂ ਦਾ ਸਰੀਰ ਬਣਿਆ। ਜਿਤਨੀ ਕਾਇਨਾਤ ਹੈ ਸਾਰੀ ਪੰਜਾਂ ਤੱਤਾਂ ਦੀ ਬਣੀ ਹੈ। ਜੇ ਕੋ ਆਪਣੇ ਆਪ ਨੂੰ ਹਉਮੈ ਵਿੱਚ ਆ ਕਰਕੇ ਕਹਿੰਦਾ ਕਿ ਮੈਂ ਕੁਝ ਕਰ ਸਕਦਾ, ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਛੇਵਾਂ ਤੱਤ ਬਣਾ ਕੇ ਦਿਖਾਵੇ। ਛੇਵਾਂ ਤੱਤ ਪੈਦਾ ਤੇ ਕਰਕੇ ਦਿਖਾਵੇ, ਨਹੀਂ ਬਣਾ ਸਕਦਾ। ਇਹ ਸਾਰਾ ਕੁਝ ਵਾਹਿਗੁਰੂ ਦਾ ਬਣਾਇਆ ਹੋਇਆ ਹੈ। ਸਭ ਜੀ ਤੇਰੇ ਤੂੰ ਸ਼ਬ ਸਦਾ ਮੇਰੇ ਸ਼ਾਹ, ਸਭ ਤੁਝੇ ਬਾਰਿ ਸਮਾਏ। ਸਾਰੇ ਜੀ ਤੇਰੇ ਬਣਾਏ ਹੋਏ ਤੇ ਤੂੰ ਸਾਰਿਆਂ ਦਾ, ਸਭ ਤੁਝ ਹੀ ਵਾਹੇ ਸਮਾਏ, ਤੇ ਤੇਰੇ ਵਿੱਚ ਹੀ ਸਮਾ ਜਾਂਦੇ ਨੇ। ਪਿਆਰਿਓ, ਜਿਤਨੀ ਵੀ ਕਾਇਨਾਤ ਬਣੀ ਹੈ, ਜਿਤਨੀ ਸ੍ਰਿਸ਼ਟੀ ਬਣੀ ਹੈ, ਆਖੀਰਕਾਰ ਉਸ ਮਾਲਕ ਦੀ ਵਿੱਚ ਹੀ ਲੈ ਉਤਰੀ। ਆਪੇ ਉਹ ਸ੍ਰਿਸ਼ਟੀ ਨੂੰ ਬਣਾਉਂਦਾ ਹੈ, ਰਚਨਾ ਰਚਦਾ ਹੈ, ਤੇ ਆਪੇ ਜਦੋਂ ਉਸਦੀ ਮਰਜ਼ੀ ਹੁੰਦੀ ਹੈ ਉਹ ਲੈ ਕਰ ਦਿੰਦਾ। ਇਸ ਤਰ੍ਹਾਂ ਵਾਰੀ ਵਾਰੀ ਉਹ ਸਾਰਾ ਸੰਸਾਰ ਤੇ ਆ ਰਿਹਾ ਤੇ ਜਾ ਰਿਹਾ ਹੈ। ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ, ਇੱਕ ਸਖਣੀ ਇੱਕ ਹੋਰ ਫੇਰ ਪਤੀ ਭਰੀਅਤ ਹੈ। ਤੈਸੋ ਹੀ ਇਹ ਖੇਡ ਕਸਮ ਕਾ, ਜੋ ਤਿਸ ਕੀ ਵਡਿਆਈ। ਇਹ ਕਹਿੰਦੇ ਪਰਮੇਸ਼ਰ ਦਾ ਇੱਕ ਖੇਡ ਹੈ। ਪਿਆਰਿਓ, ਖੂਹ ਦੀਆਂ ਡੰਡਾਂ ਜਦੋਂ ਖੂਹ ਦੇ ਵਿੱਚ ਚੱਲਦੀਆਂ ਨੇ, ਪੁਰਾਣਿਆਂ ਸਮਿਆਂ ਦੇ ਵਿੱਚ ਖੂਹ ਹੋਇਆ ਕਰਦੇ ਸਨ ਪਾਣੀ ਕੱਢਣ ਵਾਸਤੇ। ਇੱਕ ਸਖਣੀ ਹੋ ਜਾਂਦੀ ਹੈ, ਇੱਕ ਫੇਰ ਭਰ ਜਾਂਦੀ ਹੈ, ਇੱਕ ਫੇਰ ਸਖਣੀ ਹੋ ਜਾਂਦੀ ਹੈ। ਇਸੇ ਤਰ੍ਹਾਂ ਲਗਾਤਾਰ ਸੰਸਾਰ ਦੀ ਪਿਆਰੇ ਕਾਰ ਚੱਲ ਰਹੀ ਹੈ। ਇਹ ਪਰਮੇਸ਼ਰ ਦਾ